प्रिਜ਼ਾਈਡਿੰਗ ਅਫਸਰ ਆਪਣੇ ਅਮਲੇ ਦੇ ਨਾਲ VOTING ਦੇ ਸ਼ੁਰੂ ਹੋਣ ਤੋਂ 2 ਘੰਟੇ ਕਬਲ ਪੋਲਿੰਗ ਸਟੇਸ਼ਨ ਤੇ ਪਹੁੰਚਣ ਤੇ तमाम ਇੰਤਜ਼ਾਮਾਤ ਦਾ ਇੱਕ ਵਾਰੀ ਫਿਰ ਜਾਇਜ਼ਾ ਲੈਣ। ਬੜਾ ਸਬਜ਼ ਥੈਲਾ ਖੋਲਣ ਤੇ ਇਨਵਾਇਸ ਦੇ ਮੁਤਾਬਿਕ ਇਲੈਕਸ਼ਨ ਮਟੀਰੀਅਲ ਚੈੱਕ ਕਰਕੇ ਸਾਮਾਨ ਤੇ ਸਟੇਸ਼ਨਰੀ ਹਿਦਾਇਤ ਦੇ ਮੁਤਾਬਿਕ ਅਮਲੇ ਵਿੱਚ ਤਕਸੀਮ ਕਰਨ। ਯਾਦ ਰਵੇ ਕਿ ਬੈਲਟ ਪੇਪਰਾਂ ਵਾਲੇ ਛੋਟੇ ਸਫੈਦ ਤੇ ਹਲਕੇ ਸਬਜ਼ ਥੈਲੇ ਪੋਲਿੰਗ ਦੇ ਆਗਾਜ਼ ਦੇ ਵੇਲੇ ਪੋਲਿੰਗ ਏਜੰਟਸ ਦੀ ਮੌਜੂਦਗੀ ਵਿੱਚ ਖੋਲਣ। ਪ੍ਰੀਜ਼ਾਈਡਿੰਗ ਅਫਸਰ ਤੇ ਪੋਲਿੰਗ ਦਾ ਅਮਲਾ ਆਪਣੇ ਆਪਣੇ ਕਾਰਡਸ ਤੇ ਬੈਜਸ ਲਾਣ। ਪੋਲਿੰਗ ਬੂਥਸ ਤੇ ਜ਼ਨਾਨਾ ਜਾਂ ਮਰਦਾਨਾ ਦੇ ਕਾਰਡਸ ਲਾਣ ਤੇ ਹਰ ਪੋਲਿੰਗ ਬੂਥ ਵਿੱਚ ਕੌਮੀ ਤੇ ਸੂਬਾਈ ਅਸੈਂਬਲੀ ਦੇ ਬੈਲਟ ਬਾਕਸ ਰੱਖਣ। VOTING ਦੇ ਦੌਰਾਨ ਪੋਲਿੰਗ ਸਟੇਸ਼ਨਸ ਵਿੱਚ ਦਾਖਲੇ ਦੀ ਇਜਾਜ਼ਤ ਸਿਰਫ ਵੋਟਰਸ, ਪੋਲਿੰਗ ਏਜੰਟਸ, ਇਲੈਕਸ਼ਨ ਏਜੰਟਸ, ਉਮੀਦਵਾਰਾਂ, ਮਜਾਜ਼ ਮੁਬੱਸਰੀਨ ਤੇ ਰਿਟਰਨਿੰਗ ਅਫਸਰ ਜਾਂ ਇਲੈਕਸ਼ਨ ਕਮਿਸ਼ਨ ਦੇ ਇਜਾਜ਼ਤਨਾਮੇ ਦੇ ਹਾਮਿਲ ਅਫਰਾਦ ਨੂੰ ਹੈ। ਤਾਹਮ ਮਾਜ਼ੂਰ ਵੋਟਰਸ ਦੀ ਮਦਦ ਲਈ ਇੱਕ ਸ਼ਖਸ ਨਾਲ ਅੰਦਰ ਆ ਸਕਦਾ ਹੈ। ਪ੍ਰੀਜ਼ਾਈਡਿੰਗ ਅਫਸਰਾਨ ਪੋਲਿੰਗ ਅਮਲੇ ਵਿੱਚ ਸਾਮਾਨ ਤੇ ਸਟੇਸ਼ਨਰੀ ਤਕਸੀਮ ਕਰਨ। ਇੰਤਖਾਬੀ ਫਹਿਰਿਸਤ ਦੀ ਤਕਸੀਮ। ਪ੍ਰੀਜ਼ਾਈਡਿੰਗ ਆਫਿਸਰ ਪੈਕਿੰਗ ਇਨਵਾਇਸ ਫਾਰਮ 36 ਤੇ ਦਿੱਤੀ ਗਈ ਮਾਲੂਮਾਤ ਦੇ ਮੁਤਾਬਿਕ ਇੰਤਖਾਬੀ ਫਹਿਰਿਸਤ ਨੂੰ ਇਸ ਤਰੀਕੇ ਨਾਲ ਤਕਸੀਮ ਕਰਨ। ਮਰਦਾਂ ਤੇ ਖਵਾਤੀਨ ਦੀ ਫਹਿਰਿਸਤ ਨੂੰ ਬੂਥ ਦੇ ਮੁਤਾਬਿਕ ਤਕਸੀਮ ਕਰਨ। ਫਹਿਰਿਸਤ ਦੇ ਕਿਸੇ ਸਫੇ ਨੂੰ 2 ਹਿੱਸਿਆਂ ਵਿੱਚ ਨਾ ਫਾੜੋ। ਮੁਸ਼ਤਰਕਾ ਪੋਲਿੰਗ ਸਟੇਸ਼ਨ ਵਿੱਚ ਜੇ ਸਿਰਫ 2 ਬੂਥ ਨੇ ਤੇ ਇੱਕ ਮਰਦ ਤੇ ਇੱਕ ਔਰਤ ਦਾ ਹੋਏਗਾ, ਲਿਹਾਜ਼ਾ ਇੰਤਖਾਬੀ ਫਹਿਰਿਸਤ ਵਿੱਚ ਮਰਦ ਤੇ ਖਵਾਤੀਨ ਦੇ ਹਿੱਸੇ ਨੂੰ ਅਲੱਗ-ਅਲੱਗ ਕਰ ਦੋ। 3 ਬੂਥਸ ਵਾਲੇ ਪੋਲਿੰਗ ਸਟੇਸ਼ਨਸ ਵਿੱਚ 2 ਬੂਥਸ ਮਰਦਾਂ ਤੇ 1 ਬੂਥ ਔਰਤਾਂ ਲਈ ਹੋਏਗਾ, ਲਿਹਾਜ਼ਾ ਇੰਤਖਾਬੀ ਫਹਿਰਿਸਤ ਨੂੰ ਉਹਦੇ ਮੁਤਾਬਿਕ ਤਕਸੀਮ ਕਰੋ। ਕੋਸ਼ਿਸ਼ ਕਰੋ ਕਿ ਮਰਦ ਵੋਟਰਸ ਦਾ ਮੁਤਲਕਾ ਹਿੱਸਾ 2 ਮਸਾਵੀ ਹਿੱਸਿਆਂ ਵਿੱਚ ਤਕਸੀਮ ਹੋਵੇ। ਪੋਲਿੰਗ ਸਟੇਸ਼ਨਸ ਦੇ 4 ਬੂਥਸ ਦੀ ਸੂਰਤ ਵਿੱਚ ਮਰਦਾਂ ਤੇ ਔਰਤਾਂ ਵਿੱਚ 2-2 ਬੂਥਸ ਤਕਸੀਮ ਹੋਣਗੇ, ਲਿਹਾਜ਼ਾ ਮਰਦਾਂ ਤੇ ਖਵਾਤੀਨ ਵੋਟਰਸ ਦੀ ਤਾਦਾਦ 2 ਬਰਾਬਰ ਹਿੱਸਿਆਂ ਵਿੱਚ ਤਕਸੀਮ ਕਰੋ। ਪੋਲਿੰਗ ਸਟੇਸ਼ਨ ਇੱਕ ਤੋਂ ਜ਼ਿਆਦਾ ਸ਼ੁਮਾਰਿਆਤੀ ਬਲਾਕਸ ਤੇ ਮੁਸ਼ਤਮਿਲ ਹੋਵੇ ਤੇ ਇਹ ਤਰੀਕਾ ਹਰ ਬਲਾਕ ਲਈ ਇਖਤਿਆਰ ਕਰੋ। ਇਹ ਤਰੀਕਾਕਾਰ ਕੌਮੀ ਤੇ ਸੂਬਾਈ ਅਸੈਂਬਲੀ ਦੋਵਾਂ ਦੀ ਇੰਤਖਾਬੀ ਫਹਿਰਿਸਤਾਂ ਦੀ ਤਕਸੀਮ ਲਈ ਇਖਤਿਆਰ ਕੀਤਾ ਜਾਏਗਾ। ਬੈਲਟ ਪੇਪਰਸ ਦੀ ਤਕਸੀਮ। ਬੈਲਟ ਪੇਪਰਸ ਵਾਲੇ ਬੰਦ ਥੈਲੇ ਪੋਲਿੰਗ ਦੇ ਮੁਕਰਰਾ ਵਕਤ ਤੇ ਉਮੀਦਵਾਰਾਂ ਜਾਂ ਇਲੈਕਸ਼ਨ ਏਜੰਟਸ, ਪੋਲਿੰਗ ਏਜੰਟਸ ਤੇ ਮੁਬੱਸਰੀਨ ਦੇ ਸਾਹਮਣੇ ਖੋਲੋ। ਇਹਨਾਂ ਸਾਰਿਆਂ ਦੀ ਅਦਮ ਮੌਜੂਦਗੀ ਦੀ ਸੂਰਤ ਵਿੱਚ ਪ੍ਰੀਜ਼ਾਈਡਿੰਗ ਅਫਸਰ ਆਪਣੇ ਅਮਲੇ ਦੇ ਸਾਹਮਣੇ ਥੈਲੇ ਖੋਲ ਕੇ ਇੰਤਖਾਬੀ ਅਮਲ ਦਾ ਆਗਾਜ਼ ਕਰ ਦਵੇ। ਤਾਹਮ ਇੰਤਖਾਬੀ ਅਮਲੇ ਦੇ ਬਿਆਨ ਤੇ ਦਸਤਖਤ ਲੈ ਲਵੋ ਕਿ ਬੰਦ ਥੈਲਿਆਂ ਦੀ ਸੀਲ ਉਹਨਾਂ ਦੇ ਸਾਹਮਣੇ ਖੋਲੀ ਗਈ ਹੈ। ਕੌਮੀ ਅਸੈਂਬਲੀ ਦੇ ਸਬਜ਼ ਬੈਲਟ ਪੇਪਰਸ ਤੇ ਸੂਬਾਈ ਅਸੈਂਬਲੀ ਦੇ ਸਫੈਦ ਬੈਲਟ ਪੇਪਰਸ ਦੇ ਇਬਤਦਾਈ ਤੇ ਆਖਰੀ ਸੀਰੀਅਲ ਨੰਬਰਸ ਪੈਕਿੰਗ ਇਨਵਾਇਸ ਫਾਰਮ 36 ਦੇ ਮੁਤਾਬਿਕ ਚੈੱਕ ਕਰ ਲਓ। ਇਹਤਿਆਤਨ ਹਰ ਬੈਲਟ ਪੇਪਰ ਬੁੱਕ ਦਾ ਸੀਰੀਅਲ ਨੰਬਰ ਵੀ ਨੋਟ ਕਰ ਲਓ ਤੇ ਬੁੱਕ ਦੇ ਸਫਿਆਂ ਦਾ ਸੀਰੀਅਲ ਨੰਬਰ ਗਿਣ ਲਓ। ਇਸ ਗੱਲ ਦਾ ਖਿਆਲ ਰਵੇ ਕਿ ਕਿਸੇ ਵੀ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਨੂੰ ਇੱਕ ਵਕਤ ਵਿੱਚ ਸਿਰਫ ਇੱਕ ਹੀ ਬੈਲਟ ਪੇਪਰ ਬੁੱਕ ਜਾਰੀ ਕੀਤੀ ਜਾਵੇ। ਖਾਲੀ ਬੈਲਟ ਬਾਕਸ ਨੂੰ ਪੋਲਿੰਗ ਸਟੇਸ਼ਨ ਵਿੱਚ ਮੌਜੂਦ ਉਮੀਦਵਾਰਾਂ, ਪੋਲਿੰਗ ਏਜੰਟਸ ਤੇ ਮੁਬੱਸਰੀਨ ਨੂੰ ਵਿਖਾ ਕੇ ਸੀਲ ਨੰਬਰ ਨੋਟ ਕਰਵਾ ਕੇ ਬੈਲਟ ਬਾਕਸ ਨੂੰ ਸੀਲ ਕਰ ਦਵੋ ਤੇ ਇਸ ਅਮਲ ਦੀ ਤਸਦੀਕ ਮੌਜੂਦ ਅਫਰਾਦ ਤੋਂ ਫਾਰਮ 42 ਪੁਰ ਕਰਾ ਲਓ। ਬੈਲਟ ਬਾਕਸ ਭਰ ਜਾਣ ਦੀ ਸੂਰਤ ਵਿੱਚ ਜਾਂ ਪੋਲਿੰਗ ਖਤਮ ਹੋਣ ਤੇ ਢੱਕਣ ਤੇ ਚਟਖਣੀਆਂ ਮਿਲਾ ਕੇ ਢੱਕਣ ਤੇ ਮੌਜੂਦ ਦਰਜ਼ ਬੰਦ ਕਰ ਦਿਓ ਤੇ ਦੋਹਾਂ ਚਟਖਣੀਆਂ ਦੇ ਅੰਦਰੋਂ ਇੱਕ ਹੋਰ ਸੀਲ ਗੁਜ਼ਾਰ ਦਿਓ ਔਰ ਇਸ ਸੀਲ ਦਾ ਨੰਬਰ ਵੀ ਪੋਲਿੰਗ ਏਜੰਟਸ ਨੂੰ ਨੋਟ ਕਰਵਾ ਦਿਓ। ਬੈਲਟ ਬਾਕਸ ਖੋਲਣ ਲਈ ਸੀਲ ਟੈਗ ਤੋੜ ਦਵੋ। ਇਸ ਅਮਲ ਤੋਂ ਪਹਿਲੇ ਪੋਲਿੰਗ ਏਜੰਟਸ ਤੇ ਪੋਲਿੰਗ ਤੇ ਮੌਜੂਦ ਮਜਾਜ਼ ਅਫਰਾਦ ਨੂੰ ਸੀਲ ਨੰਬਰ ਚੈੱਕ ਕਰਵਾ ਦਿਓ। ਯਾਦ ਰਵੇ ਕਿ ਬੈਲਟ ਬਾਕਸ ਖੋਲਣ ਦਾ ਅਮਲ ਸਿਰਫ ਪੋਲਿੰਗ ਦੇ ਇਖਤਤਾਮ ਤੇ ਵੋਟਾਂ ਦੀ ਗਿਣਤੀ ਤੋਂ ਪਹਿਲੇ ਹੀ ਅਮਲ ਵਿੱਚ ਲਿਆਇਆ ਜਾਏਗਾ। VOTING ਦਾ ਅਮਲ ਪੋਲਿੰਗ ਆਫਿਸਰ ਦੀ ਜ਼ਿੰਮੇਦਾਰੀ। ਪੋਲਿੰਗ ਸਟੇਸ਼ਨ ਤੇ ਵੋਟਰਸ ਦੇ ਦਾਖਲ ਹੋਣ ਤੇ ਪੋਲਿੰਗ ਅਫਸਰ ਉਹਦੇ ਦਾएं ਅੰਗੂਠੇ ਤੇ ਨਾਖੂਨ ਦੇ ਜੋੜ ਤੇ ਅਨਮਿੰਟ ਸਿਆਹੀ ਦਾ ਨਿਸ਼ਾਨ ਚੈੱਕ ਕਰੇ। ਉਸ ਤੋਂ ਬਾਅਦ ਵੋਟਰ ਦਾ ਅਸਲ ਸ਼ਨਾਖਤੀ ਕਾਰਡ ਚੈੱਕ ਕੀਤਾ ਜਾਏ ਤੇ ਕਵਾਇਫ ਨੂੰ ਇੰਤਖਾਬੀ ਫਹਿਰਿਸਤ ਨਾਲ ਮਿਲਾ ਲਵੇ। ਯਾਦ ਰਵੇ ਕਿ ਜ਼ਾਇਦੁਲ ਮਿਆਦ ਸ਼ਨਾਖਤੀ ਕਾਰਡ ਦੇ ਹਾਮਿਲ ਅਫਰਾਦ ਵੀ ਵੋਟ ਪਾ ਸਕਦੇ ਨੇ। ਤਾਹਮ ਸ਼ਨਾਖਤੀ ਕਾਰਡ ਦੀ ਫੋਟੋਕਾਪੀ ਜਾਂ ਕੋਈ ਵੀ ਦੀਗਰ ਦਸਤਾਵੇਜ਼ ਵੋਟ ਪਾਉਣ ਲਈ ਕਾਬਿਲ ਕਬੂਲ ਨਹੀਂ ਹੈ। ਸ਼ਨਾਖਤੀ ਕਾਰਡ ਚੈੱਕ ਕਰਨ ਤੋਂ ਬਾਅਦ ਇੰਤਖਾਬੀ ਫਹਿਰਿਸਤ ਵਿੱਚ ਵੋਟਰ ਦਾ ਨਾਂ ਔਰ ਸਿਲਸਿਲਾ ਨੰਬਰ ਬੁਲੰਦ ਆਵਾਜ਼ ਵਿੱਚ ਪੁਕਾਰੋ। ਉਸ ਤੋਂ ਬਾਅਦ ਵੋਟਰ ਦੇ ਦਾएं ਹੱਥ ਦੇ ਅੰਗੂਠੇ ਤੇ ਅਨਮਿੰਟ ਸਿਆਹੀ ਦਾ ਨਿਸ਼ਾਨ ਲਾਓ ਤੇ ਇੰਤਖਾਬੀ ਫਹਿਰਿਸਤ ਵਿੱਚ ਵੋਟਰ ਦੀ ਤਸਵੀਰ ਦੇ ਸਾਹਮਣੇ ਉਹਦੇ ਅੰਗੂਠੇ ਦਾ ਨਿਸ਼ਾਨ ਸਬਤ ਕਰਵਾਓ। ਮਰਦ ਵੋਟਰ ਤੋਂ ਬਾएं ਤੇ ਖਾਤੂਨ ਵੋਟਰ ਦੇ ਦਾएं ਅੰਗੂਠੇ ਦਾ ਨਿਸ਼ਾਨ ਲਾਓ। ਉਸ ਤੋਂ ਬਾਅਦ ਵੋਟਰ ਦਾ ਨਾਂ ਇੰਤਖਾਬੀ ਫਹਿਰਿਸਤ ਵਿੱਚ ਸਿੱਧੀ ਲਕੀਰ ਲਾ ਕੇ ਕੱਟ ਦੇ। ਉਹੀ ਅਮਲ ਸੂਬਾਈ ਅਸੈਂਬਲੀ ਲਈ ਦੁਹਰਾਏ। ਵਾਜ਼ੇ ਰਵੇ ਕਿ ਇਹ ਅਮਲ ਕੌਮੀ ਤੇ ਸੂਬਾਈ ਦੋਵਾਂ ਹਲਕਿਆਂ ਦੀ ਇੰਤਖਾਬੀ ਫਹਿਰਿਸਤ ਵਿੱਚ ਕੀਤਾ ਜਾਏਗਾ। VOTING ਦਾ ਅਮਲ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਦੀ ਜ਼ਿੰਮੇਦਾਰੀ।
ਪਹਿਲਾ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਕੌਮੀ ਅਸੈਂਬਲੀ ਲਈ ਬੈਲਟ ਪੇਪਰਸ ਦੇ ਕਾਊਂਟਰ ਫਾਈਲ ਨੂੰ ਪੁਰ ਕਰਨ ਤੋਂ ਬਾਅਦ ਮਰਦ ਵੋਟਰ ਦੇ ਬਾਏਂ ਤੇ ਖਾਤੂਨ ਵੋਟਰ ਦੇ ਦਾਏਂ ਅੰਗੂਠੇ ਦਾ ਨਿਸ਼ਾਨ ਲਾਵੇ। ਕਾਊਂਟਰ ਫਾਈਲ ਤੇ ਸਰਕਾਰੀ ਮੋਹਰ ਲਾ ਕੇ ਦਸਤਖਤ ਕਰੇ। ਉਸ ਤੋਂ ਬਾਅਦ ਬੈਲਟ ਪੇਪਰਸ ਅਲੱਗ ਕਰਕੇ ਉਸ ਦੀ ਪੁਸ਼ਤ ਤੇ ਸਰਕਾਰੀ ਮੋਹਰ ਲਾਵੇ ਤੇ ਆਪਣੇ ਦਸਤਖਤ ਕਰੇ ਤੇ ਬੈਲਟ ਪੇਪਰ ਵੋਟਰ ਦੇ ਹਵਾਲੇ ਕਰਕੇ ਉਹਨੂੰ ਦੂਸਰੇ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਦੇ ਵੱਲ ਭੇਜ ਦੇਵੇ। ਦੂਸਰਾ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਸੂਬਾਈ ਅਸੈਂਬਲੀ ਦੇ ਬੈਲਟ ਪੇਪਰ ਜਾਰੀ ਕਰਨ ਲਈ ਉਹੀ ਅਮਲ ਦੁਹਰਾਏ। ਨਾਲ ਹੀ ਦੂਸਰਾ ਅਸਿਸਟੈਂਟ ਪ੍ਰੀਜ਼ਾਈਡਿੰਗ ਅਫਸਰ ਵੋਟਰ ਨੂੰ ਬੈਲਟ ਪੇਪਰ ਤੈਅ ਕਰਨ ਦਾ ਤਰੀਕਾ ਦੱਸੇ ਤੇ 9 ਖਾਨਿਆਂ ਵਾਲੀ ਮੋਹਰ ਦੇ ਕੇ ਵੋਟਿੰਗ ਸਕਰੀਨ ਦੀ ਤਰਫ ਭੇਜ ਦੇਵੇ, ਜਿੱਥੇ ਵੋਟਰ ਰਾਜ਼ਦਾਰੀ ਨਾਲ ਆਪਣਾ ਹੱਕੇ ਰਾਇਦਹੀ ਇਸਤੇਮਾਲ ਕਰੇ ਤੇ ਬੈਲਟ ਪੇਪਰ ਬੈਲਟ ਬਾਕਸ ਵਿੱਚ ਪਾ ਕੇ ਬਾਹਰ ਚਲਾ ਜਾਵੇ। ਵੋਟ ਬੈਲਟ ਪੇਪਰ ਦੀ ਇਕਸਾਮ। ਆਮ ਵੋਟ ਤੋਂ ਇਲਾਵਾ ਵੋਟ ਦੀਆਂ 3 ਕਿਸਮਾਂ ਨੇ: ਟੈਂਡਰ ਵੋਟ, ਚੈਲੰਜਡ ਵੋਟ, ਸਟ੍ਰੇ ਯਾਨੀ ਜ਼ਾਇਆਸ਼ੁਦਾ ਬੈਲਟ ਪੇਪਰਸ। ਟੈਂਡਰ ਵੋਟ, ਜੇ ਕੋਈ ਵੋਟਰ ਵੋਟ ਪਾਉਣ ਲਈ ਆਵੇ ਤੇ ਉਹਦੇ ਅੰਗੂਠੇ ਤੇ ਅਨਮਿੰਟ ਸਿਆਹੀ ਦਾ ਨਿਸ਼ਾਨ ਨਾ ਹੋਵੇ, ਲੇਕਿਨ ਵੋਟਰ ਲਿਸਟ ਵਿੱਚ ਉਸ ਦਾ ਨਾਂ ਕਟਿਆ ਹੋਇਆ ਹੋਵੇ ਤੇ ਪ੍ਰੀਜ਼ਾਈਡਿੰਗ ਅਫਸਰ ਵੋਟਰ ਦੀ ਸ਼ਨਾਖਤ ਦੀ ਤਸੱਲੀ ਕਰੇ ਤੇ ਉਹਨੂੰ ਟੈਂਡਰ ਵੋਟ ਦੀ ਇਜਾਜ਼ਤ ਦੇਵੇ। ਮੁਤਮਈਨ ਨਾ ਹੋਣ ਦੀ ਸੂਰਤ ਵਿੱਚ ਇੰਪਰਸੋਨੇਸ਼ਨ ਦੇ ਮੁਤੱਲਿਕਾ ਦਫਾ ਦੇ ਤਹਿਤ ਮੁਤੱਲਿਕਾ ਵੋਟਰ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਈ ਜਾ ਸਕਦੀ ਹੈ। ਟੈਂਡਰ ਵੋਟ ਦੀ ਇਜਾਜ਼ਤ ਦੇਣ ਤੋਂ ਪਹਿਲੇ ਵੋਟਰ ਦੇ ਸ਼ਨਾਖਤੀ ਕਾਰਡ ਦੀ ਕਾਪੀ ਹਾਸਿਲ ਕਰ ਲਈ ਜਾਵੇ। ਟੈਂਡਰ ਵੋਟ ਲਈ ਕੌਮੀ ਤੇ ਸੂਬਾਈ ਅਸੈਂਬਲੀ ਦੇ ਅਲੱਗ-ਅਲੱਗ ਬੈਲਟ ਪੇਪਰ ਜਾਰੀ ਕੀਤੇ ਜਾਣ ਤੇ ਉਹਨਾਂ ਹੀ ਟੈਂਡਰਸ ਬੈਲਟ ਪੇਪਰ ਵਾਲੇ ਲਿਫਾਫੇ ਪੈਕੇਟ ਨੰਬਰ 4 ਵਿੱਚ ਪਾ ਕੇ ਆਪਣੇ ਕੋਲ ਮਹਿਫੂਜ਼ ਕਰ ਲੈਣ। ਟੈਂਡਰ ਬੈਲਟ ਪੇਪਰ ਨੂੰ ਬੈਲਟ ਬਾਕਸ ਵਿੱਚ ਨਾ ਪਾਇਆ ਜਾਵੇ। ਪ੍ਰੀਜ਼ਾਈਡਿੰਗ ਅਫਸਰ ਟੈਂਡਰ ਵੋਟ ਲਿਸਟ ਫਾਰਮ 43 ਦੀ ਕੌਮੀ ਤੇ ਸੂਬਾਈ ਅਸੈਂਬਲੀਆਂ ਲਈ ਅਲੱਗ-ਅਲੱਗ ਕਾਪੀਆਂ ਤਿਆਰ ਕਰੇ। ਇਸ ਫਾਰਮ ਤੇ ਵੋਟਰ ਦੇ ਮੁਤੱਲਿਕ ਮਾਲੂਮਾਤ ਦਰਜ ਕਰੇ ਤੇ ਉਹਦੇ ਦਸਤਖਤ ਤੇ ਅੰਗੂਠੇ ਦਾ ਨਿਸ਼ਾਨ ਲਾਏ। ਉਸ ਤੋਂ ਬਾਅਦ ਵੋਟਰ ਨੂੰ ਬਾਹਰ ਜਾਣ ਦੀ ਇਜਾਜ਼ਤ ਦੇਵੇ। ਟੈਂਡਰ ਬੈਲਟ ਪੇਪਰਸ ਦੀ ਅਲੱਗ ਤੋਂ ਗਿਣਤੀ ਕੀਤੀ ਜਾਵੇ ਤੇ ਫਿਰ ਉਹਨਾਂ ਨੂੰ ਕੁੱਲ ਗਿਣਤੀ ਵਿੱਚ ਸ਼ਾਮਲ ਕੀਤਾ ਜਾਵੇ। ਟੈਂਡਰ ਵੋਟ ਲਿਸਟ ਫਾਰਮ 43 ਵੋਟਰ ਦੇ ਕੌਮੀ ਸ਼ਨਾਖਤੀ ਕਾਰਡ ਦੀ ਨਕਲ ਪੈਕੇਟ 14 ਵਿੱਚ ਪਾ ਕੇ ਰਿਟਰਨਿੰਗ ਅਫੀਸਰ ਨੂੰ ਦਿੱਤੀਆਂ ਜਾਣ। ਚੈਲੰਜਡ ਵੋਟ, ਉਮੀਦਵਾਰ ਜਾਂ ਪੋਲਿੰਗ ਏਜੰਟ ਕਿਸੇ ਵੀ ਐਸੇ ਸ਼ਖਸ ਦੇ ਵੋਟ ਨੂੰ ਚੈਲੰਜ ਕਰਨ ਦਾ ਹੱਕ ਰੱਖਦੇ ਨੇ ਜਿਹਦੇ ਬਾਰੇ ਵਿੱਚ ਉਹਨਾਂ ਨੂੰ ਯਕੀਨ ਹੋਵੇ ਕਿ ਵੋਟਰ ਪਹਿਲੇ ਵੋਟ ਪਾ ਚੁੱਕਿਆ ਹੈ ਜਾਂ ਪਾ ਚੁੱਕੀ ਹੈ ਜਾਂ ਉਹ ਕਿਸੇ ਹੋਰ ਵੋਟਰ ਦੀ ਜਗ੍ਹਾ ਤੇ ਆਇਆ ਹੈ ਜਾਂ ਆਈ ਹੈ। ਵੋਟ ਚੈਲੰਜ ਕਰਨ ਵਾਲੇ ਨੂੰ ਦੱਸਿਆ ਜਾਵੇ ਕਿ ਬਵਕਤੇ ਜ਼ਰੂਰਤ ਉਹਨਾਂ ਨੂੰ ਇਹ ਇਲਜ਼ਾਮ ਅਦਾਲਤ ਵਿੱਚ ਸਾਬਿਤ ਕਰਨਾ ਪਵੇਗਾ। ਨਾਲ ਹੀ ਉਸ ਤੋਂ 100 ਰੁਪਇਆ ਫੀਸ ਵਸੂਲ ਕੀਤੀ ਜਾਵੇ ਤੇ ਹੱਥ ਨਾਲ ਲਿਖੀ ਹੋਈ ਰਸੀਦ ਦੇ ਦਿੱਤੀ ਜਾਵੇ। ਪੋਲਿੰਗ ਤੋਂ ਬਾਅਦ ਇਹ तमाम ਰਕਮ ਰਿਟਰਨਿੰਗ ਅਫਸਰ ਦੇ ਹਵਾਲੇ ਕੀਤੀ ਜਾਵੇ। ਤਾਹਮ ਵੋਟਰ ਨੂੰ ਮਾਮੂਲ ਦੀ ਕਾਰਵਾਈ ਤੋਂ ਗੁਜ਼ਾਰੋ। ਚੈਲੰਜਡ ਬੈਲਟ ਪੇਪਰ ਨੂੰ ਬੈਲਟ ਬਾਕਸ ਵਿੱਚ ਨਾ ਪਾਇਆ ਜਾਵੇ। ਚੈਲੰਜਡ ਬੈਲਟ ਪੇਪਰਸ ਨੂੰ ਪੈਕੇਟ 7 ਵਿੱਚ ਰੱਖੋ। ਉਹਨਾਂ ਦੀ ਫਹਿਰਿਸਤ ਫਾਰਮ 44 ਦੀ ਸੂਬਾਈ ਤੇ ਕੌਮੀ ਅਸੈਂਬਲੀ ਲਈ ਅਲੱਗ-ਅਲੱਗ ਕਾਪੀਆਂ ਤੇ ਵੋਟਰ ਦੇ ਕਵਾਇਦ ਦਰਜ ਕਰੋ ਤੇ ਉਹਦੇ ਤੇ ਉਹਦੇ ਦਸਤਖਤ ਤੇ ਅੰਗੂਠੇ ਦਾ ਨਿਸ਼ਾਨ ਲਵਾਓ। ਸਟ੍ਰੇ ਜ਼ਾਇਆਸ਼ੁਦਾ ਬੈਲਟ ਪੇਪਰਸ, ਜੇ ਕੋਈ ਜਾਰੀ ਕਰਦਾ ਬੈਲਟ ਪੇਪਰ ਪੋਲਿੰਗ ਸਟੇਸ਼ਨ ਦੇ ਅੰਦਰ ਜਾਂ ਬਾਹਰ ਪਿਆ ਹੋਇਆ ਮਿਲੇ ਤੇ ਉਹਨੂੰ ਸਟ੍ਰੇ ਜ਼ਾਇਆਸ਼ੁਦਾ ਬੈਲਟ ਪੇਪਰਸ ਸ਼ੁਮਾਰ ਕੀਤਾ ਜਾਵੇ। ਜੇ ਕਿਸੇ ਬੈਲਟ ਪੇਪਰ ਤੇ ਗਲਤੀ ਨਾਲ ਨਿਸ਼ਾਨ ਲੱਗ ਜਾਏ ਜਾਂ ਫਟ ਜਾਏ ਜਾਂ ਉਹ ਇਸ ਤਰ੍ਹਾਂ ਮਸਖ ਹੋ ਜਾਏ ਕਿ ਕਾਬਿਲੇ ਇਸਤੇਮਾਲ ਨਾ ਰਵੇ ਤੇ ਉਹਨੂੰ ਸਪਲॉयड ਬੈਲਟ ਪੇਪਰ ਸ਼ੁਮਾਰ ਕੀਤਾ ਜਾਵੇ। ਸਪਲॉयड ਬੈਲਟ ਪੇਪਰਸ ਦੀ ਪੁਸ਼ਤ ਤੇ ਪ੍ਰੀਜ਼ਾਈਡਿੰਗ ਅਫਸਰ ਕੈਂਸਲਡ ਲਿਖਣ, ਕਾਊਂਟਰ ਫਾਈਲ ਤੇ ਦਸਤਖਤ ਕੀਤੇ ਹੋਏ ਬੈਲਟ ਪੇਪਰਸ ਤੇ ਕੈਂਸਲਡ ਲਿਖਣ ਤੇ ਜ਼ਾਇਆਸ਼ੁਦਾ ਬੈਲਟ ਪੇਪਰ ਨੂੰ ਪੈਕੇਟ ਨੰਬਰ 10 ਵਿੱਚ ਪਾਉਣ।